ਵਾਹਿਗੁਰੂ ਜੀ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਅਤ ਮਲੀਨ ਧੋਤਾ ਅੱਛਾ ਨ ਹੋਏ ਸੀ। ਗੁਰਦੁਆਰੇ ਹੋਏ ਸੋਜੀ ਪਾਏ ਸੀ। ਏਤ ਦੁਆਰਾ ਧੋਏ ਅੱਛਾ ਹੋਏ ਸੀ। मैले अच्छे का विचार आप वर्ताए सी। मत को जान जाए अगे पाए सी। यह कर्म कमाए ते होए सी। मैले अच्छे का विचार आप वर्ताए सी। जे कर्म कमाए तेहा होए सी। मत को जान जाए अगे पाए सी। चलिया पत स्यों जन्म सवार वाजा वाए सी। मानस क्या बेचारा त्यों लोक सुनाए सी। नानक आपने हाल सब कुल तार सी। नानक आपने हाल सब कुल तार सी। सज्जन सच्चा पातशाह सिर शाहां दे शाह। जिस पास बैठिया सोही है सबना दा वेसा। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ। ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ। ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ। ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ। ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸੰਦ ਮਿਹਰਵਾਨ। ਬੰਦ ਪਾਇਆ ਮੇਰੇ ਸਤਿਗੁਰ ਪੂਰੈ। ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਜੋਗੋ ਜੋਗੇ ਅਟਲ
ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੱਜ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 619 ਅੰਕ 'ਤੇ ਸੁਭਾਇਮਾਨ ਹੈ। ਔਰ ਸਾਹਿਬਾਂ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਮੂਲ ਪਾਠ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਬੜੇ ਪਿਆਰ ਨਾਲ ਆਪ ਨੂੰ ਸਰਵਣ ਕਰਵਾਇਆ ਹੈ। ਸ਼ਬਦ ਦਾ ਮੁੱਖ ਭਾਵ ਹੈ ਸਾਚਾ ਸਾਹਿਬ ਸਤ ਮਿਹਰਬਾਨ। ਇੱਕ ਤੇ ਉਹ ਮਾਲਕ ਹੈ ਤੇ ਸਾਚਾ ਹੈ। ਸਾਹਿਬ ਦਾ ਅਰਥ ਕੀ ਹੁੰਦਾ ਹੈ? ਮਾਲਕ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ। ਵੈਸੇ ਤੇ ਛੋਟੇ ਮੋਟੇ ਵੀ ਜਿਨ੍ਹਾਂ ਦੇ ਕੰਮ ਨੇ, 4 ਨੌਕਰ ਹਨ ਤੇ ਉਹ ਜਿਹੜਾ ਉਹਦਾ ਮਾਲਕ ਹੈ ਉਹਨੂੰ ਸਾਹਿਬ ਕਹਿੰਦੇ ਨੇ, ਮਾਲਕ ਕਹਿੰਦੇ ਨੇ। ਲੇਕਿਨ ਸਾਰੇ ਜਗਤ ਦਾ ਮਾਲਕ ਉਸ ਨੂੰ ਸਤਿਗੁਰਾਂ ਨੇ ਕਿਹਾ ਸਾਚਾ ਸਾਹਿਬ। ਫਿਰ ਦੁਨੀਆ ਦੇ ਮਾਲਕ ਅੱਜ ਹਨ, ਕੱਲ੍ਹ ਦਾ ਭਰੋਸਾ ਨਹੀਂ ਹੋਣਗੇ ਕਿ ਨਹੀਂ ਹੋਣਗੇ। ਉਸ ਨੂੰ ਸੱਚਾ ਕਿਹਾ। ਸੱਚਾ ਹੁੰਦਾ ਹੈ ਜੋ ਸਦਾ ਰਹਿਣ ਵਾਲਾ ਹੋਵੇ। ਪਹਿਲੋਂ ਵੀ ਸੀ, ਅੱਜ ਵੀ ਹੈ, ਅੱਗੋਂ ਵੀ ਹੋਵੇਗਾ। ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ। ਤੇਰਾ ਦਾਸ ਹੈ, ਤੇਰਾ ਗੁਲਾਮ ਹੈ। ਤੂੰ ਸਾਹਿਬ ਹੈ ਔਰ ਸਦਾ ਹੀ ਰਹਿਣ ਵਾਲਾ ਹੈ। ਇੱਕ ਤੇ ਉਹ ਸਦਾ ਰਹਿਣ ਵਾਲਾ ਹੈ, ਸਾਹਿਬ ਹੈ, ਔਰ ਉਸ ਦਾ ਸੁਭਾਵ ਹੈ ਸਦ ਮਿਹਰਬਾਨ। ਸਦਾ ਹੀ ਮਿਹਰਬਾਨ ਰਹਿੰਦਾ, ਹਰ ਵੇਲੇ ਬਖਸ਼ਿਸ਼ ਦੇ ਘਰ ਵਿੱਚ ਰਹਿੰਦਾ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਮੇਰੇ ਪੂਰੇ ਸਤਿਗੁਰੂ ਨੇ ਬੰਨਾ ਪਾ ਦਿੱਤਾ, ਰੋਕ ਪਾ ਦਿੱਤੇ। ਯਾਦ ਰੱਖਣਾ, ਸਿੱਖ ਭੁੱਲ ਨਾਲ, ਵੈਸੇ ਤੇ ਸਿੱਖ ਲਈ ਹੁਕਮ ਹੈ, ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ। ਬੁਰੇ ਪਾਸੇ ਸਿੱਖ ਕਦਮ ਹੀ ਨਹੀਂ ਰੱਖਦਾ। ਸੋਕ੍ਰਿਤ ਚੰਗੀ ਕਿਰਤ ਕਰਦਾ ਤੇ ਧਰਮ ਕਮਾਇਆ। ਕਮਾਈ ਉਹਦੀ ਧਰਮ ਦੀ। ਪਰ ਜੇ ਭੁੱਲ ਹੋ ਵੀ ਜਾਏ, ਭੁੱਲਣ ਅੰਦਰ ਸਭ ਕੋ ਦੋ ਨਹੀਂ ਭੁੱਲਦੇ, ਇੱਕ ਗੁਰੂ ਤੇ ਕਰਤਾਰ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਜਿਹੜਾ ਕਰਤਾਰ ਦਾ ਰੂਪ ਹੈ ਉਹ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ। ਬਾਕੀ ਇਹ ਜੀਵ ਤੇ ਭੁੱਲਣਹਾਰ ਹੈ, ਪਰ ਇਹ ਭੁੱਲ ਨਾ ਕਰੇ ਕਿਤੇ ਵਿਕਾਰਾਂ ਦਾ ਹਾੜੇ ਨੂੰ ਰੋੜ ਕੇ ਨਾ ਲੈ ਜਾਏ। ਦਰਿਆਵਾਂ ਦੇ ਕਿਨਾਰੇ ਮੰਡ ਜ਼ਮੀਨ ਜਿਹੜੀ ਸੀ, ਹਾੜੇ ਆਉਣੇ, ਪਾਣੀ ਆਉਣਾ ਤੇ ਖੇਤੀਆਂ ਡੁੱਬ ਜਾਣੀਆਂ। ਪਰ ਜਦੋਂ ਤੁਸੀਂ ਬੰਨ੍ਹ ਵੱਜ ਗਏ, ਅੱਜ ਵੀ ਬੰਨ੍ਹ ਜੇ ਟੁੱਟ ਜਾਣ ਤੇ ਖੇਤੀਆਂ ਦਾ ਹਾਲ ਕੀ ਹੁੰਦਾ ਸਾਹਮਣੇ ਵੇਖਦੇ ਹੋ। ਪਰ ਬੰਨ੍ਹ ਵੱਜ ਗਏ ਤੇ ਉਹ ਖੇਤੀਆਂ ਜ਼ਰਖੇਜ਼ ਹੋ ਗਈਆਂ, ਉੱਥੇ ਚੰਗੀਆਂ ਫਸਲਾਂ ਹੋਣ ਲੱਗ ਪਈਆਂ। ਮੇਰੇ ਸਤਿਗੁਰੂ ਨੇ ਬੰਨਾ ਪਾ ਦਿੱਤਾ, ਜਿਵੇਂ ਪਰਮੇਸ਼ਰ ਦਿੱਤਾ ਬੰਨਾ, ਰੋਕ।
ਦੁੱਖ ਰੋਗ ਕਾ ਡੇਰਾ ਭੰਨਾ। ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਸੀ ਉਹਦਾ ਵਿਨਾਸ਼ ਹੋ ਗਿਆ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਮੇਰਾ ਸਤਿਗੁਰੂ ਪੂਰਾ ਹੈ, ਹਰ ਪਾਸਿਓਂ ਪੂਰਾ ਹੈ। ਉਸ ਨੇ ਬੰਨਾ ਪਾ ਦਿੱਤਾ, ਮੈਂ ਬਚ ਗਿਆ ਹੋਈ ਸਰਬ ਕਲਿਆਣ। ਆਤਮਕ ਆਨੰਦ ਸੁਖ ਸ਼ਾਂਤੀ ਹੋ ਗਈ। ਹੁਣ ਬੜੇ ਪ੍ਰਸ਼ਨ ਪੈਦਾ ਹੁੰਦੇ ਨੇ ਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਨੇ। ਸਿੱਖ ਧਰਮ ਜਿੱਥੇ ਸਿਫਤ ਸਲਾਹ ਦਾ ਧਰਮ ਹੈ, ਰੱਬ ਦੀ ਮਹਿਮਾ, ਕੀਰਤਨ ਕੀ ਹੈ? ਰੱਬ ਦੀ ਮਹਿਮਾ। ਅਰਦਾਸ ਦਾ ਧਰਮ ਹੈ, ਇਹ ਅਕਾਲ ਪੁਰਖ ਦੇ ਧੰਨਵਾਦ ਦਾ, ਉਹਦੀ ਸਿਫਤ ਦਾ ਧਰਮ ਹੈ। ਉੱਥੇ ਨਾਲ ਕੇ ਹੈ ਇਹ ਵਿਵੇਕ ਦਾ ਧਰਮ ਹੈ, ਵਿਚਾਰ ਦਾ ਧਰਮ ਹੈ। ਪਿਆਰੇ ਇਨ ਬਿਦ ਮਿਲਨ ਨਾ ਜਾਏ, ਮੈਂ ਕੀਏ ਕਰਮੇ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਜਪਜੀ ਸਾਹਿਬ ਦੇ ਅੰਤ ਵਿੱਚ 5 ਖੰਡ ਕਹੇ ਨੇ। ਸਿੱਖ ਦੇ ਜੀਵਨ ਵਿੱਚ ਧਰਮ ਵੀ ਹੈ। ਇਹਨੂੰ ਇੰਝ ਨਾ ਸਮਝਣਾ ਕਿ ਜਿਵੇਂ ਇੱਕ ਪੌੜੀ ਛੱਡ ਗਏ, ਹੁਣ ਉਹਦੇ ਨਾਲ ਕੋਈ ਤਵਲਕ ਨਹੀਂ ਰਹਿ ਗਿਆ ਤੇ ਦੂਜੀ ਤੇ ਚੜ੍ਹ ਗਏ, ਉਹਨੂੰ ਛੱਡ ਦਿੱਤਾ ਤੇ ਤੀਜੀ ਤੇ ਚੜ੍ਹ ਗਏ, ਪਹਿਲੀਆਂ ਗਈਆਂ ਨਹੀਂ। ਧਰਮ ਹੈ ਤੇ ਨਾਲ ਜੇ ਗਿਆਨ ਆ ਗਿਆ ਤੇ ਧਰਮ ਨਾਲ ਹੀ ਹੋਵੇਗਾ। ਧਰਮ ਤੋਂ ਬਿਨਾਂ ਗਿਆਨ ਕੀ ਹੈ? ਕੁਛ ਵੀ ਨਹੀਂ। ਧਰਮ ਵੀ ਹੋਵੇਗਾ। ਜੇਕਰ ਸਰਮਖੰਡ ਘਾਲ ਆ ਗਈ ਹੈ, ਉੱਥੇ ਧਰਮ ਵੀ ਹੋਵੇਗਾ, ਉੱਥੇ ਗਿਆਨ ਵੀ ਹੋਵੇਗਾ। ਜੇ ਕਰਮਖੰਡ ਅੱਗੇ ਬਖਸ਼ਿਸ਼ ਦਾ ਖੰਡ ਆ ਗਿਆ, ਉੱਥੇ ਵੀ ਧਰਮ ਹੋਵੇਗਾ, ਉੱਥੇ ਗਿਆਨ ਵੀ ਹੋਵੇਗਾ, ਉੱਥੇ ਸਰਮਖੰਡ ਵੀ ਹੋਵੇਗਾ। ਅੱਗੇ ਸੱਚਖੰਡ ਹੈ, ਤੇ ਜੇ ਸੱਚਖੰਡ ਹੈ ਤੇ ਚਾਰੇ ਨਾਲ ਹੋਣਗੇ ਪਹਿਲੇ, ਉਹਨਾਂ ਨੂੰ ਛੱਡ ਨਹੀਂ ਦੇਣਾ। ਉਹ ਜੀਵਨ ਦੇ ਵਿੱਚ ਨੇ ਸੱਚਖੰਡੇ, ਧਰਮੀ ਵੀ ਹੋਵੇਗਾ, ਉਹ ਗਿਆਨੀ ਵੀ ਹੋਵੇਗਾ। ਉਹ ਘਾਲ ਵਾਲਾ ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ, ਉਹ ਵੀ ਸੇਵ ਕਰ। ਇੱਕ ਪ੍ਰਸ਼ਨ ਪੈਦਾ ਹੁੰਦਾ ਵੀ ਜੇ ਪ੍ਰਮਾਤਮਾ ਬਖਸ਼ਾਉਂਦਾ, ਉਹ ਕਿਰਪਾਲੂ ਹੈ, ਦਿਆਲੂ ਹੈ, ਬਖਸ਼ ਦਿੰਦਾ, ਤੇ ਫਿਰ ਜਿੰਨੇ ਮਰਜ਼ੀ ਪਾਪ ਕਰੀ ਜਾਓ। ਲੋਕੀ ਬੜੇ ਕਮਾਲ ਨੇ, ਆਪਣੇ ਮਤਲਬ ਦੀਆਂ ਦਲੀਲਾਂ ਲੱਭ ਲੈਂਦੇ ਨੇ। ਫਿਰ ਲੋੜ ਹੀ ਕੀ ਹੈ ਬੰਦਗੀ ਕਰਨ ਦੀ? ਰੱਜ ਕੇ ਪਾਪ ਕਰੋ, ਕਿਉਂਕਿ ਉਹਨੇ ਬਖਸ਼ ਹੀ ਲੈਣੇ। ਉਸ ਨੇ ਬਖਸ਼ਿਸ਼ ਕਰ ਦੇਣੀ ਹੈ। ਜੇ ਬਖਸ਼ ਹੀ ਲੈਣਾ ਤੇ ਫਿਰ ਡਰਨ ਵਾਲੀ ਗੱਲ ਕਿਹੜੀ ਹੈ? ਕਰੋ ਪਾਪ, ਕਰੀ ਜਾਓ, ਬੋਲੋ ਝੂਠ, ਘੱਟ ਤੋਲੋ, ਜੋ ਮਰਜ਼ੀ ਕਰੀ ਜਾਓ, ਕਿਉਂਕਿ ਬਖਸ਼ੇ ਜਾਣਾ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਦਿਨ ਬੜੀ ਕਮਾਲ ਗੱਲ ਕਹੀ, ਜਾਪਦਾ ਹੈ ਇਹ ਮਸਲਾ ਉਹਨਾਂ ਦੇ ਸਾਹਮਣੇ ਆ ਗਿਆ। ਕਹਿਣ ਲੱਗੇ, ਗੁਰਸਿੱਖੋ ਯਾਦ ਰੱਖੋ, ਉਸ ਦੇ ਦਰ 'ਤੇ ਜਦੋਂ ਜਾਣਾ ਤੇ 2 ਕਿਤਾਬਾਂ ਪਈਆਂ ਨੇ। ਕਹਿਣ ਲੱਗੇ, ਜੀ ਕਿਹੜੀਆਂ ਕਿਹੜੀਆਂ? ਕਹਿਣ ਲੱਗੇ, ਇੱਕ ਤੇ ਇਨਸਾਫ ਦੀ, ਨਿਆਂ ਦੀ, ਤੇ ਦੂਸਰੀ ਹੈ ਬਖਸ਼ਿਸ਼ ਦੀ। ਜੇ ਤੇ ਬਖਸ਼ਿਸ਼ ਦੀ ਖੁੱਲ੍ਹ ਗਈ ਤੇ ਫਿਰ ਤੇ ਖਤਰਾ ਹੀ ਕੋਈ ਨਹੀਂ, ਬਖਸ਼ੇ ਗਏ। ਪਰ ਜੇ ਨਿਆਂ ਦੀ ਖੁੱਲ੍ਹ ਗਈ ਤੇ ਫਿਰ ਕੀ ਕਰੋਗੇ? ਇਨਸਾਫ ਦੀ ਖੁੱਲ੍ਹ ਗਈ ਫਿਰ ਕੀ ਕਰੋਗੇ? ਕਹਿਣ ਲੱਗੇ, ਇਹ ਤੇ ਗੱਲ ਹੈ। ਕਹਿਣ ਲੱਗੇ, ਫਿਰ ਇੰਝ ਕਰੋ, ਗੁਮਾਨ ਨਾ ਕਰੋ ਤੇ ਘਬਰਾਓ ਵੀ ਨਾ। ਕਰਮ ਚੰਗੇ ਕਰਕੇ ਇਹ ਬਿਲਕੁਲ ਗੁਮਾਨ ਨਾ ਕਰੋ ਕਿ ਮੈਂ ਕੀਤਾ ਨਹੀਂ। ਚੰਗੇ ਕੰਮ ਕਰੋ, ਲੇਕਿਨ ਟੇਕ ਪ੍ਰਮਾਤਮਾ ਦੀ ਰੱਖੋ ਕਿ ਉਹ ਮੇਰਾ ਬਾਪ ਹੈ, ਉਹ ਮਾਤਾ ਹੈ, ਉਹ ਮੈਨੂੰ ਬਖਸ਼ੇਗਾ, ਬਖਸ਼ਿਸ਼ ਕਰੇਗਾ, ਕਿਰਪਾ ਕਰੇਗਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਮੈਂ ਦੋਵੇਂ ਪੱਖ ਹੀ ਤੁਹਾਡੇ ਸਾਹਮਣੇ ਰੱਖਦੇ ਹਾਂ। ਔਰ ਜਿਹੜੇ ਸ਼ਬਦ ਸਾਨੂੰ ਬੜੇ ਸੌਖੇ ਜਾਪਦੇ ਨੇ ਨਾ,
ਉਹ ਸਭ ਤੋਂ ਔਖੇ ਨੇ। ਹੁਣ ਇਸੇ ਸ਼ਬਦ ਵੱਲ ਆਪਣੇ ਧਿਆਨ ਦੇਣਾ, ਵੈਸੇ 2 ਮਿੰਟ ਲੱਗਦੇ ਨੇ, ਅੱਖਰੀ ਅਰਥ ਮੈਂ ਕਰ ਜਾਵਾਂ, ਲੇਕਿਨ ਸਿਧਾਂਤ ਹੈ ਜੋ ਇਹ ਜਿਹੜੇ ਪ੍ਰਸ਼ਨ ਵਿੱਚ ਪੈਦਾ ਹੋਣੇ ਨੇ, ਇਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ ਜੇ ਬਖਸ਼ਿਸ਼ ਹੀ ਹੈ ਤੇ ਡਰਨ ਵਾਲੀ ਕਿਹੜੀ ਗੱਲ, ਤੇ ਕਿਉਂ ਬੰਦਾ ਗੁਰਦੁਆਰੇ ਆਵੇ, ਕਿਉਂ ਪਾਠ ਕਰੇ, ਕਿਉਂ ਅੰਮ੍ਰਿਤ ਬਖਸ਼ੇ ਹੀ ਜਾਣਾ ਹੈ। ਰੱਬ ਦੇ ਪੁੱਤਰ ਆਪੇ ਬਖਸ਼ੇਗਾ। ਸਤਿਗੁਰੂ ਕਹਿੰਦੇ ਨੇ ਭਲੇ ਲੋਕਾਂ, ਉਸ ਨੇ ਤੱਕੜੀ ਬਣਾਈ ਹੈ ਤੇ ਉਹ ਵਿਵੇਕ ਦੀ ਤੱਕੜੀ ਹੈ। ਗੁਰੂ ਨਾਨਕ ਦੇ ਹੱਥ ਵਿੱਚ ਹੈ 13 ਜਿਸ ਨਾਲ ਤੋਲਦੇ ਨੇ। ਉਹਨਾਂ ਨੇ ਕਿਹਾ, ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਿਜ ਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਇੱਕ ਥਾਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਮਾ ਨਮੇ ਲਾ ਫੇਮ ਅਜ ਜ਼ੋ ਦੋ ਰਿਆ। ਲਫੇਮ ਸ਼ਬਦ ਹੈ ਫਾਰਸੀ ਦਾ, ਲਾਫ ਗੱਪ ਮਾਰਨੇ। ਅਸੀਂ ਬੰਦਗੀ ਦੀ ਗੱਪ ਨਹੀਂ ਮਾਰਦੇ ਕਿ ਮੈਂ ਕਿੰਨੇ ਵਜੇ ਉੱਠਣਾ, ਮੈਂ ਕਿੰਨਾ ਭਜਨ ਕੀਤਾ, ਮੈਂ ਕਿੰਨਾ ਸਿਮਰਨ ਕੀਤਾ। ਉਹ ਕਹਿੰਦੇ ਨੇ ਕੁਛ ਐਸੇ ਨੇ ਕਰਦੇ ਕੁਛ ਵੀ ਨਹੀਂ, ਲੇਕਿਨ ਦੱਸਦੇ ਬਹੁਤ ਕੁਛ ਜ਼ਿਆਦਾ ਨੇ, ਵਿਖਾਉਂਦੇ ਬਹੁਤ ਨੇ, ਹੁੰਦਾ ਕੁਛ ਵੀ ਨਹੀਂ। ਕਹਿੰਦੇ ਨੇ ਮੈਂ ਐਸਾ ਨਹੀਂ ਕਰਦਾ। ਮਹਾਨਮੇ ਲਾਫੇਮ ਅਜ ਜ਼ੋਹਦੋ ਰਿਆ। ਜ਼ੋਹਦ ਕੀ ਹੁੰਦਾ? ਕੱਢੀ ਕਾਲ, ਤਪ, ਤਤੀਕਸ਼ਾ। ਮੈਂ ਤੇ ਇੱਕ ਟੇਕ ਰੱਖਣਾ, ਘਰ ਗੁਨਾਹ ਗੋਰੇਮ ਹੱਕ ਬਖਸ਼ੰਦਾ ਅਸਤ। ਕਿ ਜੇ ਮੈਂ ਗੁਨਾਹਗਾਰ ਹਾਂ, ਮੈਂ ਪਾਪੀ ਹਾਂ, ਮੰਨ ਲਿਆ, ਤੇ ਉਹ ਪ੍ਰਮਾਤਮਾ ਬਖਸ਼ੰਦ ਵੀ ਹੈ। ਹੁਣ ਪ੍ਰਸ਼ਨ ਪੈਦਾ ਹੋਇਆ, ਇੱਕ ਅਵਗਣ ਹੋਵੇ, 2 ਹੋਣ, 4 ਹੋਣ, ਕੋਈ ਬਖਸ਼ ਦੇਵੇ। ਪਰ ਜਿੱਥੇ ਪਾਪਾਂ ਦਾ ਸਮੁੰਦਰ ਹੀ ਭਰਿਆ ਹੋਵੇ ਕਿ ਫੇਰ ਉੱਥੇ ਕੀ ਬਣੇਗਾ ਸਾਡਾ? ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮੇਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਧਿਆਨ ਵਿੱਚ ਆਇਆ, ਜਿਸ ਵੇਲੇ ਮੈਂ ਸੁਣਦਾ ਹਾਂ ਕਿ ਪਰਮਾਤਮਾ ਜਿਹੜਾ ਹੈ ਉਹ ਭਗਤਾਂ ਨੂੰ ਪਿਆਰ ਕਰਦਾ, ਕਹਿੰਦੇ ਨੇ ਮੈਂ ਤੇ ਕੰਬ ਜਾਣਾ, ਕਿਉਂਕਿ ਭਗਤੀ ਮੈਂ ਕੀਤੀ ਕੋਈ ਨਹੀਂ, ਤੇ ਫਿਰ ਭਗਤਾਂ ਨੂੰ ਪਿਆਰ ਕਰੇਗਾ ਤੇ ਸਾਡਾ ਕੀ ਹਾਲ ਹੋਵੇਗਾ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੈ, ਹਿਰਦਿਓਂ ਨਿਰਾਸ ਹੋ ਜਾਣਾ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੇ। ਪਰ ਹਾਂ ਇੱਕ ਗੱਲ ਸੁਣਨਾ ਤੇ ਆਸਾ ਹੋ ਜਾਂਦੀ ਹੈ, ਉਹ ਕਿਹੜੀ? ਕਿ ਪਤਤਾਂ ਨੂੰ ਵੀ ਪਾਵਨ ਕਰਦਾ। ਪਤਤ ਪਾਵਨ ਵੀ ਹੈ। ਪਤਤ ਪਾਵਨ ਸੁਣ ਆਸਾ ਉਰਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ। ਜਿਸ ਵੇਲੇ ਪੜ੍ਹਦਾ ਸੁਣਦਾ ਕਿ ਅੰਤਰ ਜਾਮੀ, ਤੇ ਫਿਰ ਸੋਚਣਾ ਜੇ ਤੂੰ ਦਿਲ ਵੀ ਪੜ੍ਹ ਲੈਣਾ, ਅੰਦਰ ਦੀਆਂ ਜਾਣਦਾ, ਤੇ ਫਿਰ ਸਾਡਾ ਹਾਲ ਕੀ ਹੋਵੇਗਾ? ਮੇਰਾ ਵੀ ਸਭ ਕੁਝ ਜਾਣ ਲਿਆ। ਮੈਂ ਇੱਕ ਐਸੀ ਕਥਾ ਪੜ੍ਹੀ ਕਿ ਕੁਛ ਫਿਰਕੇ ਐਸੇ ਨੇ ਜਿਹੜੇ ਕਹਿੰਦੇ ਨੇ ਰੱਬ ਦੇ ਘਰ ਮੰਦਰ 'ਚ ਜਾ ਕੇ ਨਾ ਜਿੰਨੇ ਗੁਨਾਹ ਕੀਤੇ ਨੇ ਉਹ ਕਬੂਲ ਕਰ ਲਈਏ ਤੇ ਉਹ ਬਖਸ਼ ਦਿੰਦਾ ਹੈ। ਕਬੂਲਨਾਮਾ ਕਿ ਕਬੂਲ ਕਰ ਲਈਏ। ਇੱਕ ਬੜਾ ਵੱਡਾ ਪਾਪੀ, ਬੜਾ ਧਨਵਾਨ ਸੀ, ਸਵੇਰੇ ਸਵੇਰ ਉੱਠਿਆ, ਕੋਈ ਵੇਖਦਾ ਨਾ ਹੋਵੇ ਤੇ ਉਸ ਵੇਲੇ ਜਾਵਾਂ, ਇੱਕ ਗੁੱਠੇ ਲੱਗ ਕੇ ਨਾ ਕਹਿਣ ਲੱਗਾ, ਪ੍ਰਮਾਤਮਾ ਇਹ ਕਤਲ ਵੀ ਮੈਂ ਕਰਵਾਇਆ ਸੀ, ਆਹ ਵੀ ਮੈਂ ਕਰਵਾਇਆ ਸੀ, ਆਹ ਡਾਕਾ ਵੀ ਮੈਂ ਪਵਾਇਆ ਸੀ, ਆਹ ਵੀ ਕੀਤਾ ਸੀ, ਆਹ ਵੀ ਕੀਤਾ ਸੀ। ਜਦੋਂ 10 ਬੈਠਾ ਨਾ ਸਾਰੇ ਵੇਖਿਆ ਕਿ ਕੋਈ ਵੇਖਦਾ ਨਹੀਂ, ਉਹ ਇੱਕ ਨਾਮਰਾਦ ਗੁੱਠੇ ਲੱਗਾ ਸੁਣਦਾ ਸੀ ਪਿਆ। ਕਹਿਣ ਲੱਗਾ ਹੱਦ ਹੋ ਗਈ। ਕਹਿਣ ਲੱਗਾ ਗੱਲ ਸੁਣ, ਇਹ ਮੇਰੀ ਤੇ ਪ੍ਰਮਾਤਮਾ ਦੀ ਗੱਲ ਸੀ ਤੇ ਤੂੰ ਕਿਉਂ ਸੁਣਿਆ? ਤੇ ਹੁਣ ਜੇ ਸੁਣ ਲਿਆ ਤੇ ਗੱਲ ਯਾਦ ਰੱਖ, ਇਹ ਗੱਲ ਆਪਣੇ ਤੱਕ ਰੱਖੀ। ਜੇ ਬਾਹਰ ਨਿਕਲ ਗਈ ਤੇ ਤੇਰਾ ਸਿਰ ਨਹੀਂ ਰਵੇਗਾ। ਜਿੱਥੇ ਬਾਕੀ ਪਹੁੰਚੇ ਨੇ ਉੱਥੇ ਤੂੰ ਵੀ ਪਹੁੰਚ ਜਾਏਗਾ। ਹੁਣ ਬੰਦਾ ਚਾਹੁੰਦਾ ਦੱਸ ਵੀ ਦੇਵਾਂ, ਪਰ ਬੰਦਾ ਰੱਬ ਕੋਲੋਂ ਕੋਈ ਨਹੀਂ ਜੇ ਡਰਦਾ, ਬੰਦਾ ਬੰਦੇ ਕੋਲੋਂ ਡਰਦਾ।
ਕਿਤੇ ਬੰਦੇ ਨੂੰ ਨਾ ਪਤਾ ਲੱਗ ਜਾਏ। ਰੱਬ ਬਾਰੇ ਤੇ ਇਹਨੂੰ ਇਹ ਵੀ ਸ਼ੱਕ ਹੈ ਕਿ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ। ਸੁਣਦਾ ਹੈ, ਫਿਰ ਕਦੀ ਕਹਿੰਦਾ ਬਖਸ਼ ਲਏਗਾ, ਕਦੀ ਕਹਿੰਦਾ ਚਲੋ ਲੇਖਾ ਹੋਵੇਗਾ ਤੇ ਫਿਰ ਇੰਝ ਕਰੀਏ। ਕੋਈ 4 ਬ੍ਰਾਹਮਣ ਸੱਦ ਕੇ ਪ੍ਰਸ਼ਾਦੇ ਛਕਾ ਦੇਣੇ ਆ, ਮੇਰੇ ਪਾਪ ਇਹਦੇ ਸਿਰ ਚੜ ਜਾਣ। ਵੈਸੇ ਚਾਹੁੰਦਾ ਤੇ ਇੰਝ ਹੈ, ਇਹ ਦਸੀ ਵੀ ਦਿੱਤੀ ਹੈ ਨਾ ਕਿਸੇ ਬੰਦੇ ਨੂੰ, ਤੇ ਮੇਰਾ ਕੋੜ ਵੀ ਇਹਨੂੰ ਹੀ ਪੈ ਜਾਏ, ਮੇਰੀਆਂ ਬਿਮਾਰੀਆਂ ਵੀ ਇਹਨੂੰ ਹੀ ਲੱਗ ਜਾਣ, ਕਿਉਂਕਿ ਮੈਂ ਇਹਨੂੰ 10 ਪੈਸੇ ਦਿੱਤੇ ਨੇ। ਸਤਿਗੁਰੂ ਕਹਿੰਦੇ ਨੇ ਭਲਿਆ ਲੋਕਾ, ਇੱਕ ਗੱਲ ਯਾਦ ਰੱਖ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡ ਗਿਆ। ਜੋ ਕੀਤਾ ਨਾ ਆਪ ਹੀ ਉਹ ਲੇਖਾ ਨਿਬੇੜਨਾ ਪੈਣਾ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਸੰਗਤਾਂ ਦੇ ਮਨ ਵਿੱਚ ਉਤਸ਼ਾਹ, ਥਾਂ ਥਾਂ 'ਤੇ ਉਤਸ਼ਾਹ ਪਹਿਲੋਂ ਹੀ ਮਨਾਇਆ ਜਾ ਰਿਹਾ ਹੈ, ਬਾਅਦ ਵਿੱਚ ਵੀ ਮਨਾਇਆ ਜਾਏਗਾ। ਇਸ ਥਾਂ 'ਤੇ ਸਿੱਖ ਜਗਤ ਇਕੱਠਾ ਹੋਵੇਗਾ। ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਉਹਨਾਂ ਦੇ ਬਾਰੇ ਭੱਟਾ ਨੇ ਕਿਹਾ, ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ, ਆਗ ਹੁੰਦਾ ਹੈ ਪਾਪ, ਅੰਤਕ ਜਾਮ ਅਗ ਅੰਤਕ ਬਦੈ ਨਾ ਸਲ ਕਵ। ਹੇ ਸਲ ਭੱਟ, ਜਾਮ ਨੂੰ ਤੇ ਪਾਪਾਂ ਨੂੰ ਉਹ ਬਦਦਾ ਨਹੀਂ, ਪ੍ਰਵਾਹ ਹੀ ਨਹੀਂ ਕਰਦਾ। ਗੁਰੂ ਰਾਮਦਾਸ ਤੇਰੀ ਸ਼ਰਨ, ਹੇ ਗੁਰੂ ਰਾਮਦਾਸ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਏ। ਸਿੱਖ ਆਉਂਦੇ ਸਨ ਤੇ ਅੱਜ ਵਾਲਾ ਮਸਲਾ ਸਾਹਮਣੇ ਆ ਗਿਆ। ਇੱਕ ਸਿੱਖ ਦਾ ਨਾਂ ਲਿਖਿਆ ਹੈ ਭਾਈ ਤੀਰਥਾ, ਬੜੀ ਸੁੰਦਰ ਇੱਕ ਕਥਾ ਗੁਰਪ੍ਰਤਾਪ ਸੂਰਜਗੰਤ ਵਿੱਚ ਲਿਖੀ ਹੈ। ਕਹਿੰਦਾ ਪਾਤਸ਼ਾਹ, ਕਈ ਵਾਰ ਐਸਾ ਹੁੰਦਾ ਗੁਨਾਹ ਕੋਈ ਨਹੀਂ ਕੀਤਾ ਹੁੰਦਾ, ਯਾਦ ਹੁੰਦਾ ਹੈ ਕਿ ਮੈਂ ਪਾਪ ਕੋਈ ਨਹੀਂ ਕੀਤਾ, ਤੇ ਦੁੱਖ ਕਿਉਂ ਆ ਜਾਂਦਾ। ਸਤਿਗੁਰੂ ਕਹਿਣ ਲੱਗੇ, ਤੂੰ ਕੀ ਸਮਝਣਾ ਰੱਬ ਬੇਇਨਸਾਫ ਹੈ? ਕਹਿਣ ਲੱਗਾ, ਨਹੀਂ ਇਹ ਤੇ ਨਹੀਂ ਕਹਿੰਦਾ, ਪਰ ਕਿਉਂ ਆ ਜਾਂਦਾ। ਸਤਿਗੁਰਾਂ ਨੇ ਕਿਹਾ, ਪ੍ਰਭ ਅਨਿਆਏ ਕਰੇ ਨਾ ਕੈਸਾ ਹੈ। ਪਰਮਾਤਮਾ ਬੇਇਨਸਾਫੀ ਕਦੀ ਵੀ ਨਹੀਂ ਕਰਦਾ, ਕਰੇ ਕਰਮ ਤੇ ਫਲ ਦੇ ਤੈਸੇ। ਜੈਸਾ ਕੋਈ ਕਰਮ ਕਰਦਾ ਉਹੋ ਜਿਹਾ ਉਹਨੂੰ ਫਲ ਦਿੰਦਾ। ਗੁਰੂ ਸਾਹਿਬ ਦਾ ਬਚਨ ਗੁਰੂ ਨਾਨਕ ਦੇਵ ਦਾ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ। ਇਹ ਨਿਬੇੜਨਾ ਪੈਣਾ। ਇੱਕ ਕਥਾ ਸੁਣਾਈ, ਉੱਥੇ ਕਥਾ ਲਿਖੀ ਹੈ, ਮੈਂ ਸੰਖੇਪ ਕਰਕੇ ਸੁਣਾਵਾਂ। ਇੱਕ ਬਾਦਸ਼ਾਹ ਨੇ ਸ਼ਹਿਜ਼ਾਦੇ ਦੀ ਸ਼ਾਦੀ ਕੀਤੀ, ਰਾਜੇ ਦੇ ਘਰ ਹੀ ਕੀਤੀ। ਨੂੰਹ ਰਾਣੀ ਨੂੰ ਵਿਆਹ ਕੇ ਲਿਆਇਆ ਤੇ ਖੁੱਲ੍ਹਾ ਮਹੱਲ ਸੀ, ਰਾਜਿਆਂ ਦੇ ਮਹੱਲ ਖੁੱਲ੍ਹੇ, ਏਡੇ ਏਡੇ ਵੱਡੇ ਕਮਰੇ। ਸ਼ਹਿਜ਼ਾਦਾ ਸ਼ਹਿਜ਼ਾਦੀ ਉੱਥੇ ਸਨ ਤੇ ਤਲਵਾਰ ਇੱਕ ਟੰਗੀ ਪਈ ਸੀ ਤਾਂ ਦੀਵਾਰ ਨਾਲ। ਕਹਿਣ ਲੱਗੇ, ਬੜਾ ਸੁੰਦਰ ਮਿਆਨ ਹੈ। ਕਹਿਣ ਲੱਗਾ, ਵਿੱਚੋਂ ਕਦੀ ਵੇਖ ਕੇ ਸਾਡੀ ਖਾਨਦਾਨੀ ਤਲਵਾਰ ਕੱਢੀ, ਗੱਤਕਾ ਖੇਡ ਲੈਂਦੀ ਸੀ, ਘੁਮਾਉਣ ਲੱਗੇ, ਤਲਵਾਰ ਹੱਥੋਂ ਨਿਕਲੀ, ਮਾਲਕ ਦਾ ਕਰਨਾ ਐਸਾ ਹੋਣਾ ਸੀ, ਸਿੱਧੀ ਵੱਜੇ ਔਰ ਸ਼ਹਿਜ਼ਾਦਾ ਕਤਲ ਹੋ ਗਿਆ, ਮਾਰਿਆ ਗਿਆ। ਕਹਿਣ ਲੱਗੀ, ਇਹ ਕੀ ਹੋਇਆ? ਪਹਿਲੇ ਦਿਨ ਹੀ ਸੁਹਾਗ ਰਾਤ ਪਤੀ ਕਤਲ ਹੋ ਗਿਆ। ਵਿਡੋ ਦੀ ਸ਼ਾਦੀ ਹੁੰਦੀ ਨਹੀਂ ਸੀ ਵਿਧਵਾ ਦੀ ਉਸ ਵੇਲੇ, ਕਲੰਕ ਲੱਗੇਗਾ ਕਿ ਪਤੀ ਮਾਰ ਦਿੱਤਾ। ਹੁਣ ਕੀ ਕਰਾਂ? ਲੋੜ ਕਾਟ ਦੀ ਮਾਂ ਹੈ, ਬੰਦਾ ਇੱਧਰ ਉੱਧਰ ਵੇਖਦਾ ਜਦੋਂ ਫਸਿਆ ਹੋਵੇ। ਇੱਕ ਸਾਧੂ ਬੈਠਾ ਸਮਾਧੀ ਲਾ ਕੇ ਮਹੱਲ 'ਚ, ਜਿਸ ਤੇ ਤੁਹਾਨੂੰ ਭਰੋਸਾ ਨਾ ਹੋਵੇ ਉਹਨੂੰ ਤੇ ਘਰ ਨਹੀਂ ਬੰਦਾ ਆਉਣ ਦਿੰਦਾ, ਤੇ ਜਿਸ ਨੂੰ ਘਰ ਹੀ ਰੱਖਿਆ ਹੋਵੇ ਉਸ ਤੇ ਭਰੋਸਾ ਹੁੰਦਾ। ਉਹ ਸਾਧੂ ਸਿਮਰਨ ਭਜਨ ਵਿੱਚ ਰਹਿੰਦਾ ਸੀ, ਬਾਦਸ਼ਾਹ ਨੂੰ ਬੜਾ ਭਰੋਸਾ ਸੀ, ਉਹਦੇ ਮੱਥੇ ਦੋਸ਼ ਮੜ ਦਿੱਤਾ। ਮੇਰੀ ਸੂਰਤ ਤੇ ਬੇਈਮਾਨ ਹੋ ਕੇ ਇਸ ਨੇ ਮੇਰਾ ਪਤੀ ਮਾਰ ਦਿੱਤਾ। ਹੁਣ ਵਜ਼ੀਰ ਮੰਡਲੀ ਬੈਠੀ, ਰਾਜਾ ਆਖੇ ਮਨ ਨਹੀਂ ਮੰਨਦਾ, ਪਰ ਇੱਕ ਵਜ਼ੀਰ ਨੇ ਕਿਹਾ, ਸ਼ਹਿਜ਼ਾਦਾ ਤੇ ਕਤਲ ਹੋਇਆ, ਫੈਸਲਾ ਕੀ ਹੋਇਆ? ਇਹ ਸਾਧੂ ਨੇ ਮਾਰਿਆ ਹੋਵੇਗਾ ਤਾਂ ਸੱਜੇ ਹੱਥ ਨਾਲ, ਇਹਦਾ ਸੱਜਾ ਹੱਥ ਕੱਟ ਕੇ ਇਹਨੂੰ ਬਾਹਰ ਕੱਢ ਦਿੱਤਾ ਜਾਏ ਦੇਸ਼ ਵਿੱਚੋਂ।
ਸਿੱਧਾ ਆਪਣੇ ਗੁਰੂ ਕੋਲ ਗਿਆ, ਕਹਿਣ ਲੱਗਾ ਗੁਰੂ ਜੀ ਕਤਲ ਵੀ ਹੋ, ਮੈਨੂੰ ਮਾਰ ਵੀ ਦਿੰਦੇ ਕੋਈ ਨਹੀਂ, ਪਰ ਦੋਸ਼ ਬੜਾ ਮਾੜਾ ਮੇਰੇ ਤੇ ਲੱਗਾ। ਜਿਹੜਾ ਦੋਸ਼ ਲੱਗਾ, ਮੈਂ ਇਹ ਪਾਪ ਕੀਤਾ ਨਹੀਂ, ਤੇ ਦੋਸ਼ ਕਿਉਂ ਲੱਗਾ? ਸਤਿਗੁਰੂ ਰਾਮਦਾਸ ਸੁਣਾਉਂਦੇ, ਕਹਿੰਦੇ ਨੇ ਭਾਈ ਤੀਰਥਾ, ਉਹ ਪੁੱਛਦਾ ਹੈ ਕਿ ਦੋਸ਼ ਕਿਉਂ ਮੇਰੇ ਤੇ ਲੱਗਾ? ਕਹਿਣ ਲੱਗੇ ਤੂੰ ਕੀਤਾ, ਇਹ ਪਾਪ ਤੂੰ ਕੀਤਾ। ਪ੍ਰਭ ਅਨਿਆਏ ਕਰੇ ਨਹੀਂ ਕੈਸੇ, ਕਰੇ ਕਰਮ ਤੇ ਫਲ ਦੇ ਤੈਸੇ। ਜੋ ਕਰਮ ਕੋਈ ਕਰਦਾ ਉਹ ਫਲ ਮਿਲਦਾ। ਕਹਿਣ ਲੱਗੇ ਫਿਰ ਮੈਨੂੰ ਯਾਦ ਨਹੀਂ। ਕਹਿਣ ਲੱਗੇ ਯਾਦ ਕਿਵੇਂ ਹੋਵੇ ਪਿਛਲੇ ਜਨਮ ਦਾ? ਤੂੰ ਪਿਛਲੇ ਜਨਮ ਵਿੱਚ ਵੀ ਸਾਧੂ ਸਾਂ, ਜਪ ਕਰਦਾ ਸਾਂ। ਇਹ ਕੰਨਿਆ ਜਿਹੜੀ ਹੈ ਜਿਹਨੇ ਪਤੀ ਮਾਰਿਆ ਇਹ ਸੀ ਗਾਂ, ਤੇ ਜਿਹੜਾ ਮਰਿਆ ਪਤੀ ਇਹ ਸੀ ਕਸਾਈ। ਤੇ ਕਸਾਈ ਗਾਂ ਨੂੰ ਮਾਰਨ ਵਾਸਤੇ ਲੈ ਗਿਆ ਤੇ ਗਾਂ ਰੱਸਾ ਛੁਡਾ ਕੇ ਦੌੜ ਗਈ। ਹੁਣੇ ਮਗਰ ਦੌੜਿਆ, ਗਾਂ ਅੱਗੇ ਨਿਕਲ ਗਈ, ਤੇ ਤੂੰ ਜਪ ਕਰ ਰਿਹਾ ਸਾਂ, ਜਪ ਮਾਲੀ ਨਾਲ। ਤੇ ਉਸ ਵੇਲੇ ਪੁੱਛਿਆ ਸੰਤ ਜੀ, ਇੱਧਰ ਕੋ ਗਾਂ ਜਾਂਦੀ ਤੇ ਨਹੀਂ ਵੇਖੀ? ਤੂੰ ਮੂੰਹ ਤੋਂ ਤੇ ਨਹੀਂ ਬੋਲਿਆ, ਜਪ ਕਰਦਾ ਸਾਂ, ਹੱਥ ਨਾਲ ਆਖਿਆ ਇੱਧਰ ਗਈ, ਇਸ਼ਾਰਾ ਕਰ ਦਿੱਤਾ। ਉਹ ਗਿਆ, ਉਹਨੇ ਜਾ ਕੇ ਗਾਂ ਮਾਰ ਦਿੱਤੀ। ਤੂੰ ਹੱਥ ਨਾ ਉਧਰ ਕਰਦਾ ਤੇ ਗਾਂ ਨਾ ਮਰਦੀ। ਤੇਰੇ ਹੱਥ ਨਾਲ, ਇਸ਼ਾਰੇ ਨਾਲ ਉਹ ਗਾਂ ਮਰ ਗਈ। ਉਸ ਨੇ ਤੇ ਆਪਣਾ ਬਦਲਾ ਲੈ ਲਿਆ, ਉਹਨੂੰ ਮਾਰ ਲਿਆ। ਤੇ ਤੇਰਾ ਹੱਥ ਤਾਂ ਕੱਟਿਆ ਗਿਆ ਤੇ ਤੂੰ ਹੱਥ ਕੀਤਾ ਸੀ, ਕਿਸੇ ਦੀ ਮੌਤ ਦਾ ਕਾਰਨ ਬਣਿਆ। ਭਾਈ ਤੀਰਥਾ ਤੇ ਹੈਰਾਨ ਹੋ ਗਿਆ। ਕਹਿਣ ਲੱਗਾ ਪਾਤਸ਼ਾਹ ਹੱਥ ਹਿਲਾਉਣ ਦਾ ਵੀ ਫਲ ਮਿਲਣਾ? ਕਹਿਣ ਲੱਗੇ ਬਿਲਕੁਲ ਮਿਲਣਾ। ਹੱਥ ਵੀ ਹਿਲਾਓ, ਸਮਝ ਸੋਚ ਕੇ ਹਿਲਾਓ, ਇਸ਼ਾਰਾ ਵੀ ਜਿਹੜਾ ਕਰੋਗੇ ਉਹਦਾ ਫਲ ਮਿਲੇਗਾ। ਫਿਰ ਬੋਲਣ ਦਾ ਤੇ ਮਿਲੇਗਾ, ਬੁਰੇ ਕਰਮ ਦਾ ਤੇ ਮਿਲੇਗਾ। ਸਤਿਗੁਰੂ ਕਹਿੰਦੇ ਨੇ ਬੁਰੇ ਕਰਮ ਦਾ ਫਲ ਹੋ ਸਕਦਾ, ਬਖਸ਼ਿਆ ਵੀ ਜਾ ਸਕਦਾ। ਕਥਾ ਹੈ ਨਾ ਕਿ ਇੱਕ ਰਾਜੇ ਨੂੰ ਸੁਪਨੇ ਵਿੱਚ ਹੀ ਉਹ ਚੰਡਾਲ ਦਾ ਜਨਮ ਸਤਿਗੁਰੂ ਭੁਗਤਾ ਦਿੱਤਾ ਸੀ। ਕਹਿਣ ਲੱਗੇ ਬਖਸ਼ਿਸ਼ ਹੋ ਜਾਏ ਨਾ ਉਸ ਦੀ, ਤੇ ਸੁਪਨੇ ਵਿੱਚ ਵੀ ਉਹ ਭੁਗਤਾ ਸਕਦਾ ਹੈ। ਭਾਈ ਉਸ ਦੇ ਦਰ ਤੇ ਬਖਸ਼ਿਸ਼ ਦੀ ਕਿਤਾਬ ਵੀ ਹੈ, ਉਸ ਦੇ ਦਰ ਤੇ ਨਿਆਂ ਦੀ ਵੀ ਕਿਤਾਬ ਹੈ। ਇੱਕ ਬਚਨ ਹੋਰ ਸਰਵਣ ਕਰੋ। ਗੁਰ ਬਾਬੇ ਫਿਟਕੇ ਸੇ ਫਿਟੇ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਫਿਟਕਾਰਿਆ, ਗੁਰੂ ਅੰਗਦ ਕੀਤੇ ਕੂੜਿਆਰੇ। ਗੁਰੂ ਅੰਗਦ ਦੇਵ ਨੇ ਵੀ ਉਹਨਾਂ ਨੂੰ ਆਖਿਆ ਝੂਠੇ ਨੇ, ਇਹ ਕੂੜੇ ਨੇ। ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ। ਗੁਰੂ ਅਮਰਦਾਸ ਤੀਜੀ ਪੀੜੀ ਵਿਚਾਰਿਆ, ਇਹਨਾਂ ਦੇ ਹੱਥ ਵਿੱਚ ਵਿਚਾਰਿਆਂ ਦੇ ਕੀ ਹੈ, ਕੰਗਾਲਾਂ ਦੇ। ਗੁਰ ਚੌਥੀ ਪੀੜੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਚੌਥਾ ਪੀੜੀ ਜਦੋਂ ਟਿਕੇ ਧੰਨ ਗੁਰੂ ਰਾਮਦਾਸ। ਆਂਦੇ ਨੇ ਉਸ ਅਕਾਲ ਪੁਰਖ ਨੇ ਜਿਹਨੇ ਗੁਰੂ ਰਾਮਦਾਸ ਨੂੰ ਗੁਰੂ ਬਣਾਇਆ, ਨਿੰਦਕਾਂ ਨੂੰ ਵੀ ਤਾਰ ਦਿੱਤਾ, ਦੁਸ਼ਟਾਂ ਨੂੰ ਵੀ ਤਾਰ ਦਿੱਤਾ, ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇਕਰ ਇਹ ਮੈਂ ਸਮਝਾਂ, ਤੂੰ ਦਿਲਾਂ ਦੀਆਂ ਜਾਣਨਾ। ਹੁਣ ਵੈਸੇ ਨਾ ਇਸ ਸੱਚ ਜੇ ਦਿਲ ਤੇ ਹੱਥ ਰੱਖ ਕੇ ਵੇਖੀਏ, ਜੋ ਕੁਝ ਸਾਡੇ ਕੋਲ ਹੈ ਨਾ ਅੰਦਰ ਹੈ, ਜੇ ਦੂਸਰੇ ਨੂੰ ਪਤਾ ਲੱਗ ਜਾਏ, ਮਸਲਨ ਜੀ ਸਮਝੋ ਪਤੀ ਦੇ ਦਿਲ ਵਿੱਚ ਜੋ ਹੈ, ਪਤਨੀ ਨੂੰ ਸਭ ਕੁਝ ਪਤਾ ਲੱਗ ਜਾਏ, ਬੱਚਿਆਂ ਨੂੰ ਸਭ ਕੁਝ ਪਤਾ ਲੱਗ ਜਾਏ, ਭਰਾਵਾਂ ਨੂੰ ਪਤਾ ਲੱਗ ਜਾਏ, ਜਿਉਣਾ ਮੁਸ਼ਕਲ ਹੋ ਜਾਏ। ਬੰਦਾ ਤੇ ਬਹੁਤ ਕੁਝ ਲੁਕਾ ਕੇ ਇੱਥੇ ਬੈਠਾ ਹੋਇਆ। ਦਿਲ ਵਿੱਚ ਜਿਹੜੇ ਪਾਪ ਨੇ ਦੂਸਰੇ ਦੇ ਬਾਰੇ, ਦਿਲ ਵਿੱਚ ਤੇ ਸੋਚਦਾ ਪਿਆ ਇਹ ਕਿਹੜੇ ਵੇਲੇ ਮਰੇ ਤੇ ਇਹਦੀ ਪ੍ਰਾਪਰਟੀ ਮੇਰੇ ਹੱਥ ਆਵੇ, ਤੇ ਬਾਹਰੋਂ ਕਹਿੰਦਾ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਲਾ ਦੇਵੇ। ਇਹ ਬੰਦੇ ਦੀ ਜ਼ੁਬਾਨ ਕੁਛ ਹੋਰ ਹੈ, ਦਿਲ ਕੁਛ ਹੋਰ ਹੈ। ਇਹ ਦਿਲ ਤੇ ਜ਼ੁਬਾਨ ਇੱਕ ਕਰਨ ਵਾਸਤੇ ਤੇ ਇੱਥੇ ਆਉਨੇ ਆ। ਹਮ ਬਦਲ ਯਾਦੇ ਖੁਦਾ ਹਮ ਬਰ ਜ਼ੁਬਾਨ, ਇਹ ਜ਼ੁਬਾਨ ਚ ਦਿਲ ਸ਼ੁੱਧੋ ਦਿਲ ਸ਼ੁੱਧ ਜ਼ੁਬਾਨ। ਇਹ ਦਿਲ ਤੇ ਜ਼ੁਬਾਨ ਫਰਕ ਤੇ ਥੋੜਾ ਜਿਹਾ ਹੈ, ਕਿੰਨਾ ਕੁ ਫਰਕ ਹੋਵੇਗਾ ਜ਼ੁਬਾਨ ਮੂੰਹ ਦਾ ਤੇ ਦਿਲ ਦਾ। ਲੇਕਿਨ ਅੰਦਰੋਂ ਤੇ ਕਈ ਜਨਮਾਂ ਵਿੱਚ ਵੀ ਇਹ ਦਿਲ ਤੇ ਜ਼ੁਬਾਨ ਇੱਕ ਨਹੀਂ ਹੁੰਦੇ। ਧੰਨ ਨੇ ਉਹ
ਹਮੋ ਮਰਦ ਬਾਇਦ ਸ਼ਬਦ ਸੁਖਣ ਵਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ। ਸਾਹਿਬ ਕਹਿੰਦੇ ਨੇ ਦੋਵੇਂ ਕੰਮ ਕਰ ਲੈ, ਐਸਾ ਕਰ ਕਿ ਕਰਮ ਵੀ ਇੰਨੇ ਚੰਗੇ ਕਰ ਕਿ ਪ੍ਰਮਾਤਮਾ ਤੈਨੂੰ ਬਖਸ਼ ਲਵੇ। ਜੇ ਕੋਈ ਭੁੱਲ ਵੀ ਹੋ ਗਈ ਹੈ ਤੇ ਫਿਰ ਤੂੰ ਸੱਚੇ ਦਿਲੋਂ ਮੁਆਫੀ ਮੰਗ। ਸਿਆਣੇ ਸਤਿਪੁਰਸ਼ ਦੇ ਕਹਿੰਦੇ ਨੇ ਅਰਦਾਸ ਕਰਨ ਤੋਂ ਪਹਿਲੇ ਤੂੰ ਇਸ਼ਨਾਨ ਕਰ ਲੈਣਾ, ਨਹਾ ਧੋ ਲੈਣਾ, ਬਸਤਰ ਸਵੱਛ ਪਾ ਲੈਣਾ, ਕਹਿਣਾ ਜੀ ਹੁਣ ਅਰਦਾਸ ਕਰਾਂ। ਤੇ ਅਰਦਾਸ ਕਰਨ ਤੋਂ ਪਹਿਲੇ ਇੱਕ ਇਸ਼ਨਾਨ ਹੋਰ ਵੀ ਕਰ, ਆਪਣੀਆਂ ਭੁੱਲਾਂ ਦੀ ਮੁਆਫੀ ਵੀ ਮੰਗ ਲੈ। ਪਾਤਸ਼ਾਹ ਨੇ ਬਾਣੀ 'ਚ ਕਿਹਾ ਕਿਆ ਮੋਹ ਲੈ ਕੀਚੇ ਅਰਦਾਸ। ਮੈਂ ਤੇਰੇ ਸਾਹਮਣੇ ਹੱਥ ਜੋੜ ਕੇ ਤੇ ਖਲੋ ਗਿਆ, ਪਰ ਕਿਹੜਾ ਮੂੰਹ ਲੈ ਕੇ ਅਰਦਾਸ ਕਰਾਂ। ਮੈਂ ਜਿੰਨੀਆਂ ਭੁੱਲਾਂ ਕੀਤੀਆਂ ਸਾਰੀਆਂ ਤੈਨੂੰ ਯਾਦ ਨੇ, ਤੂੰ ਤੇ ਵੇਖ ਰਿਹਾ, ਤੂੰ ਤਾਂ ਮੇਰੀ ਹਰ ਗੱਲ ਜਾਣਦਾ, ਮੈਂ ਤੇਰੇ ਕੋਲੋਂ ਕੁਛ ਲੁਕਾ ਨਹੀਂ ਸਕਦਾ। ਪਾਤਸ਼ਾਹ ਮੈਨੂੰ ਬਖਸ਼ ਲੈ, ਮੈਂ ਅਰਦਾਸ ਕਰਨ ਜੋਗਾ ਹੋ ਜਾਵਾਂ। ਮੈਨੂੰ ਬਖਸ਼ ਲੈ, ਮੈਂ ਤੇਰੇ ਕੋਲ ਬੈਠਣ ਜੋਗਾ ਹੋ ਜਾਵਾਂ, ਤੇਰੇ ਦਰਬਾਰ ਵਿੱਚ ਆਉਣ ਜੋਗਾ ਹੋ ਜਾਵਾਂ। ਇਹ ਮਨ ਦਾ ਇਸ਼ਨਾਨ ਤੇ ਤਨ ਦਾ ਇਸ਼ਨਾਨ ਸਰੋਵਰ 'ਚ ਕਰ ਲਿਆ। ਮਨ ਦਾ ਇਸ਼ਨਾਨ ਕਿਹੜਾ? ਸਾਫ਼ ਲਿਖਿਆ ਪਿਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਅੱਗੋਂ ਧਿਆਨ ਨਾਲ ਪੜੋ ਸਾਧ ਸੰਗ ਮਲ ਲਾਥੇ। ਬਾਹਰੋਂ ਹੀ ਇਸ਼ਨਾਨ ਕਰਕੇ ਨਹੀਂ ਮੁੜ ਜਾਂਦੇ, ਅੰਦਰ ਵੀ ਜਾਂਦੇ ਹਾਂ। ਉੱਥੇ ਸਤ ਸੰਗ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇੱਕ ਇਸ਼ਨਾਨ ਉੱਥੇ ਵੀ ਕਰਨਾ। ਸਾਧ ਸੰਗ ਮਲ ਲਾਥੇ ਪਾਰ ਬ੍ਰਹਮ ਭਇਓ ਸਾਥੀ। ਸਾਹਿਬ ਜੀ ਕਹਿੰਦੇ ਨੇ ਮਾਲਕ ਬੜਾ ਮਿਹਰਬਾਨ, ਬੜਾ ਕਿਰਪਾਲੂ ਹੈ, ਬੜਾ ਦਿਆਲੂ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕਉ ਦੇ ਦਾਨ, ਸਾਰੇ ਜੀਵਾਂ ਨੂੰ ਦਾਨ ਦਿੰਦਾ। ਤੂੰ ਕਾਹੇ ਡੋਲੇ ਪ੍ਰਾਨੀਆਂ, ਤੂੰ ਤਾਂ ਰਾਖੇਗਾ ਸਿਰਜਣਹਾਰ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹ ਤੈਨੂੰ ਆਸਰਾ ਦਿੰਦਾ, ਹਰ ਤਰ੍ਹਾਂ ਨਾਲ ਸਹਾਰਾ ਦਿੰਦਾ, ਤੇ ਤੂੰ ਸ਼ੱਕ ਕਰਨਾ ਉਸ 'ਤੇ। ਸ਼ੱਕ ਨਾ ਕਰ, ਉਸ ਮਿਹਰਬਾਨ ਦੀ ਚਰਨੀ ਲੱਗਾ ਰਹੋ। ਸਾਚਾ ਸਾਹਿਬ ਸਦ ਮਿਹਰਬਾਨ। ਮੈਨੂੰ ਇੱਕ ਛੋਟੀ ਜਿਹੀ ਕਥਾ ਯਾਦ ਆਈ। ਉਹ ਕਹਿ ਕੇ ਮੈਂ ਵਿਚਾਰ ਨੂੰ ਪੰਕਤੀਆਂ ਦੇ ਅਰਥ ਤੁਹਾਨੂੰ ਸੁਣਾਵਾਂ। ਇੱਕ ਪੈਗੰਬਰ ਹੋਏ ਨੇ, ਪੈਗੰਬਰ ਬਹੁਤ ਹੋਏ ਨੇ, ਜਿਨ੍ਹਾਂ ਨੇ ਇਹ ਵੀ ਦੱਸਿਆ ਹੈ ਉਹ ਮਿਹਰਬਾਨ ਹੈ, ਨਾਲ ਇਹ ਵੀ ਕਿਹਾ ਹੈ ਕਿ ਉਹ ਬੜਾ ਜਬਾਰ ਤੇ ਕਹਾਰ ਆ। ਨਬੀ ਦੀ ਗੱਲ ਨਹੀਂ ਜਿੰਨਾ ਮੰਨੀ ਉਹਨਾਂ ਤੇ ਗਜ਼ਬ ਢੱਠਾ ਤੂਫਾਨ ਆਇਆ, ਉਹ ਸਾਰੇ ਹੀ ਮਰ ਗਏ। ਕੁਰਾਨ ਵਿੱਚ ਇਸ ਦਾ ਜ਼ਿਕਰ ਹੈ ਥਾਂ ਥਾਂ ਤੇ। ਹਜ਼ਰਤ ਨੂਹ ਹੋਏ, ਉਹਨਾਂ ਦੀ ਗੱਲ ਉਮਤ ਨੇ ਨਹੀਂ ਮੰਨੀ। ਉਹਨਾਂ ਕਿਹਾ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇੰਨਾ ਗੁੱਸਾ ਜ਼ਬਾਰ ਕਹਾ। ਉਹਨੇ ਕਿਹਾ ਹਜ਼ਰਤ ਨੂਹ ਨੂੰ ਸ੍ਰਿਸ਼ਟੀ ਰੱਖਣ ਵਾਸਤੇ ਇੱਕ ਇੱਕ ਜੋੜਾ ਰੱਖ ਲੈ। ਜੇ ਮੈਂ ਮੋਰ ਮੋਰਨੀ ਰੱਖ ਲੈ, ਕਬੂਤਰ ਕਬੂਤਰੀ ਰੱਖ ਲੈ, ਚਿੜਾ ਚਿੜੀ ਰੱਖ, ਪਰ ਜੋੜਾ ਜੋੜਾ ਜਿਹੜਾ ਨਾ ਪੰਖੀਆਂ ਦਾ ਰੱਖ ਲੈ, ਜਾਨਵਰਾਂ ਦਾ ਰੱਖ ਲੈ, ਬਾਕੀ ਸਾਰੇ ਮਰ ਜਾਣਗੇ। ਇਹਨਾਂ ਨੂੰ ਮੈਂ ਡੋਬ ਦੇਣਾ। ਕਹਿੰਦੇ ਨੇ ਐਸਾ ਤੂਫਾਨ ਆਇਆ, ਉਹਦੀ ਬੇੜੀ ਬਚ ਗਈ, ਬਾਕੀ ਸਾਰੇ ਡੁੱਬ ਗਏ। ਐਸੀਆਂ ਕਥਾਵਾਂ ਅਨੇਕ ਨੇ। ਉਹ ਜਬਾਰ ਹੈ, ਉਹ ਕਹਾਰ ਹੈ, ਪਰ ਨਾਲ ਐਸਾ ਵੀ ਕਿਹਾ ਉਹ ਬਖਸ਼ਿਸ਼ ਦਾ ਘਰ ਹੈ। ਹਜ਼ਰਤ ਇਬਰਾਹੀਮ ਇੱਕ ਪ੍ਰਣ ਕਰ ਲਿਆ। ਇੱਕ ਬੰਦੇ ਨੂੰ ਪ੍ਰਸ਼ਾਦਾ ਛਕਾ ਕੇ ਤਾਂ ਛਕਾਂਗਾ, ਨਹੀਂ ਤੇ ਨਹੀਂ। 4 ਦਿਨ ਕੋਈ ਆਇਆ ਹੀ ਨਹੀਂ। ਹੁਣ ਆਵੇ ਤੇ ਛਕਾਵੇ। ਬੰਦਾ ਲੱਭਦਾ, ਲੋਕੀ ਲੱਭਦੇ ਫਿਰਦੇ ਨੇ। ਕਈ ਵਾਰ ਸ਼ਰਾਧਾਂ ਦੇ ਦੇਣ, ਹੁਣ 5 ਸਿੰਘ ਬੁਲਾਓ। ਮੈਂ ਕਹਿੰਦਾ ਪਹਿਲੇ 5 ਬਾਹਮਣ ਬੁਲਾਉਂਦੇ ਸਨ, ਹੁਣ 5 ਸਿੰਘ ਬੁਲਾ ਲਓ। ਅੱਗੇ ਪਿੱਛੇ ਨਹੀਂ ਕਦੀ ਸਿੰਘ ਯਾਦ ਆਉਂਦੇ, ਨਹੀਂ ਸ਼ਰਾਧਾਂ ਵਿੱਚ ਹੀ ਯਾਦ ਆਉਂਦੇ। ਅਸਲ ਮੂਲ ਤੇ ਗੱਲ ਹੈ ਸ਼ਰਾਧਾਂ ਦੀ, ਨਹੀਂ ਇਹ ਗੁਰਮਤ ਨਹੀਂ। ਸਿੱਖਾਂ ਦੀ ਸੇਵਾ ਬਹੁਤ ਉੱਤਮ। 5 ਬਾਰ ਗੰਗ ਜਾਏ, ਬਾਰ 5 ਪ੍ਰਾਗ ਨਾਏ, ਤੈਸੋ ਪੁੰਨ ਇੱਕ ਗੁਰਸਿੱਖ ਕੇ ਨਵਾਏਗਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤੀ, ਅਸਮੇਧ ਯਗ ਫਲ ਸਿੱਖ ਕੋ ਜਿਵਾਏਗਾ।
जैसे 7 मंदिर कंचन के उसार दीने, तैसो पुन सिख को एक शब्द सिखाएगा। जैसे 20 बार दर्शन साध किया काहूँ, तैसो पुन सिख को चाँप पंग सुआएगा। सिख दी सेवा ते बहुत महान है, कहा मैं बद्धी सच धर्मसाल है। गुर सिखा लहिंदा भाल कह, पैर धोवा पखा फेरदा हो, तिस निव निव लागा पाए जियो। उस वेले लभदे ने, हुण जे आउण ही ना। मैं वेख्या कई बार कहते ने मुश्किल बनी, 5 ਸਿੰਘ नहीं लभदे पए, प्रशादा छकण वाले ਤਿਆਰ बार ਤਿਆਰ ਉਹ ਲੱਭਣ। ਕਈਆਂ ਵਾਰੀ ਸੰਗਤ ਵਿੱਚ ਵੇਖੀਦਾ 5 ਪਿਆਰਿਆਂ ਦਾ ਪ੍ਰਸ਼ਾਦ ਤੇ ਨਾਂ ਦਾ ਕੱਢ ਲਿਆ, ਹੁਣ ਦੇਈਏ ਕਿਹਨੂੰ? ਹੁਣ ਚਾਹੀਦੇ ਨੇ ਤਿਆਰ ਬਾਰ ਤਿਆਰ ਸਿੰਘ, ਤੇ ਉਹ ਲੱਭਦੇ ਕੋਈ ਨਹੀਂ, ਕਿਹਨੂੰ ਦੇਈਏ? ਜਿਹਨੂੰ ਕੀਤਾ ਕਈ ਤਾਂ ਨਾ ਕਰ ਦਿੰਦੇ ਨੇ, ਨਹੀਂ ਮੇਰੀ ਰਹਿਤ ਬੈਤ ਕੋਈ ਨਹੀਂ। ਉਹ ਹੁਣ ਉਡੀਕਦਾ ਪਿਆ, ਬੰਦਾ ਭੁੱਖਾ ਨਹੀਂ ਹੁੰਦਾ। ਆ ਗਿਆ ਇੱਕ ਬੁੱਢਾ 100 ਸਾਲ ਦਾ, ਤੇ ਕਹਿਣ ਲੱਗਾ ਭੁੱਖ ਲੱਗੀ ਹੈ, ਤੇ ਕਹਿਣ ਲੱਗਾ ਤੈਨੂੰ ਤੇ ਉਡੀਕਣਾ। ਦਸਤਰਖਾਨ ਵਿਛ ਗਿਆ, ਤੇ ਉਹਨਾਂ ਦਾ ਇੱਕ ਢੰਗ ਹੈ ਕਿ ਜੇ 4 ਬੰਦੇ ਨੇ ਰੋਟੀ ਦੇ 4 ਟੁਕੜੇ ਕੀਤੇ, 4 ਬੈਠ ਗਏ, 4 ਟੁਕੜੇ ਕੀਤੇ, ਇੱਕ ਬਜ਼ੁਰਗ ਨੂੰ ਦਿੱਤਾ, ਲਖਾ। ਕਹਿਣ ਲੱਗਾ ਬਜ਼ੁਰਗ ਹੈ, ਬਾਕੀ ਸਾਰੇ ਪਾਸਿਓਂ ਆਵਾਜ਼ ਆਈ ਬਿਸਮਿਲ੍ਲਾ, ਤੇ ਤੇਰੇ ਪਾਸਿਓਂ ਆਵਾਜ਼ ਨਹੀਂ ਆਈ। ਕਹਿਣ ਲੱਗਾ ਮੈਂ ਮੰਨਦਾ ਹੀ ਨਹੀਂ ਅੱਲਾ ਨੂੰ, ਤੇ ਆਵਾਜ਼ ਕੀ ਆਵੇ? ਕਹਿਣ ਲੱਗਾ ਤੂੰ ਨਹੀਂ ਮੰਨਦਾ? ਮੈਂ ਤੇ ਅੱਲਾ ਦੇ ਨਾਂ ਤੇ ਖਵਾ ਰਿਹਾ। ਕਹਿਣ ਲੱਗਾ ਮੈਂ ਨਹੀਂ ਮੰਨਦਾ, ਮੈਂ ਤੇ ਅੱਗ ਪੂਜਾਂ, ਆਤਿਸ਼ ਪ੍ਰਸਤਾਂ। ਕਹਿਣ ਲੱਗਾ ਰੱਖ ਦੇ ਰੋਟੀ। ਉਹ ਟੁਕੜਾ ਚੌਥਾ ਹਿੱਸਾ ਉਹਦੇ ਕੋਲੋਂ ਖੋਹ ਲਿਆ। ਅੱਜ ਜੁੜਨ ਲੱਗਾ ਤੇ ਕਿ ਆਵਾਜ਼ ਆਈ ਇਬਰਾਹੀਮ। ਉਹ ਮੰਨਦਾ ਨਹੀਂ ਸੀ। ਮੈਂ 100 ਸਾਲ ਉਹਨੂੰ ਉਮਰ ਵੀ ਦਿੱਤੇ, ਮੈਂ ਉਹਨੂੰ ਰੋਟੀ ਵੀ ਦਿੰਦਾ ਰਿਹਾ। ਉਹ ਤੇਰੇ ਘਰ ਇੱਕ ਦਿਨ ਆਇਆ ਤੇ ਚੌਥਾ ਹਿੱਸਾ ਰੋਟੀ ਦਾ ਉਹ ਵੀ ਤੂੰ ਖੋਹ ਲਿਆ। ਤੂੰ ਜੇ ਤੈਨੂੰ ਰਿਜ਼ਕ ਦਾਤਾ ਬਣਾ ਦਿਆਂ ਤੇ ਦੁਨੀਆ ਹੀ ਭੁੱਖੇ ਮਾਰ ਦੇਵੇਂ। ਬੜਾ ਸੁੰਦਰ ਕਿਹਾ, ਮੁਕਾਮੇ ਸ਼ੁਕਰ ਹੈ रोज़ी खुदा के हाथ में है, अगर ये हक भी इंसान को होता तो क्या होता। बंदे नूं जे रिज़क दाता बना देंदे, फिर कहन लगे वेख रब दा सुभाव, और रिज़क भी देंदा, वो उम्र भी देंदा। कहते ने तू भी इसे तरह कर, ऐसा कर, नाराज़ ना होया कर, जरा मेहरबानी सिख। बंदा गुस्सा तो फटाफट करता, मेहरबान कोई भागा ना कि मैं खिमा कर दियाँ, मैं दयालू सुभाव रखा, मेहरबानी मेरे विच होवे, उस विच है। जिहड़ा तुहाडा गुरु है वो मेहरबान, जिसनूं तुसीं अकाल पुरख कहंदे हो, वो ਉਹਦਾ ਸੁਭਾਵ है। ते सिख भी तां उस नाल मिलेगा ये सुभाव बने। साचा साहिब हद मेहरबान, ये नहीं कि सवेरे सवेर मेहरबान। वैसे भिखारी ये बड़े सियाणे ने, शामां नूं जाण दी बजाए ना, दोपहर जाण दी बजाए सवेरे सवेर जाणगे। उन्होंने पता बंदे दा दिमाग फ्रैश है, सवेरे सवेर कुछ मिल जाएगा, बाद विच ते झाड़ां ही पैणीआं ने, कख नहीं देना किसे। सवेरे सवेर टोले बना के निकलणगे। पर वो सदा दयाल, अद्धी रात उहदे कोलों मंगो। भगत की करदे, अद्धी रात तुसीं किसे नूं उठा दिओ, आवाज़ मार दिओ, घर अगे खलो के नाराज़ हो जाएगा। ये तो आवाज़ां ही अद्धी रात मारते हैं। पिन्नी रहणड़िए चमकण तारे, जागें संत जना मेरे राम प्यारे। अद्धी रात ते कहते हैं वाहिगुरू वाहिगुरू वाहिगुरू। की करते हैं? रब नूं आवाज़ां मार रहे हैं, नाराज़ नहीं हुंदा। साचा साहिब सद मेहरबान, वो सदा ही मेहरबान है। बंद पाया मेरा सतगुर पूरा, होई सर्ब कल्याण। सुख शांति आनंद बन गए, क्योंकि उसने वकारां वल रोक पा दी। ये हड़ मेरे तक नहीं आया, दुखों का हड़ मेरे तक नहीं आया। वो सदा मेहरबान है। हाँ जी। सतनाम श्री वाहिगुरु साहिब जी। सोरठ महला पंजवा। सोरठ राग विच साहिब गुरु अर्जन देव जी का उच्चारण किया होया शब्द है जी। हाँ जी। हमरी गणत ना गणिया काई, अपना बिरद पछाण। हमरी दा अर्थ हो गया साडी। गणत की है? गिनती लेखा, गिनती लेखा। हमारी गणत ना गणिया काई,
ਲੇਖਾ ਉਹਨੇ ਕੀਤਾ ਹੀ ਨਹੀਂ ਕਿ ਤੂੰ ਕਿੰਨਾ ਝੂਠ ਬੋਲਿਆ, ਕਿੰਨੇ ਪਾਪ ਕੀਤੇ ਨੇ, ਕਿੰਨੀ ਚੋਰੀ ਕੀਤੀ ਹੈ, ਕੀ ਕੀ ਕੀਤਾ। ਨਹੀਂ, ਆਪਣਿਆਂ ਦਾ ਕਰਦਾ ਹੀ ਕੋਈ ਨਹੀਂ। ਮਾਂ ਬੱਚੇ ਨਾਲ ਕਿੱਥੇ ਲੇਖਾ ਕਰਦੀ ਹੈ ਕਿ ਤੇਰੀਆਂ ਗਲਤੀਆਂ ਕਿੰਨੀਆਂ ਨੇ। ਹਮਾਰੀ ਗਣਤ ਨਾ ਗਣੀਆਂ ਗਾਈ, ਗਣਤ ਲੇਖਾ ਗਣੀਆਂ ਗਿਣਤੀ ਕਰਨੀ। ਆਪਣਾ ਬਿਰਦ ਪਛਾਣ, ਉਸ ਨੇ ਆਪਣਾ ਸੁਭਾਅ, ਮੁੱਢ ਕਦੀਮਾਂ ਦਾ ਸੁਭਾਅ। ਇਹ ਤੇ ਭੁੱਲਾਂ ਕਰਨ ਵਾਲੇ ਨੇ, ਪਰ ਮੈਂ ਕੀ ਹਾਂ, ਮੇਰਾ ਸੁਭਾਅ ਕੀ ਹੈ। ਮੈਂ ਤੇ ਬਖਸ਼ਾਂਦਾ ਹਾਂ ਨਾ। ਜੇ ਭੁੱਲਾਂ ਕਰਨ ਵਾਲੇ ਨੇ ਫਿਰ ਆਪਣਾ ਬਿਰਦ ਪਛਾਣਿਆ, ਆਪਣਾ ਸੁਭਾਅ ਚੇਤੇ ਰੱਖਦਾ ਹੈ। ਹਾਂਜੀ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਜਿਨ੍ਹਾਂ ਨੂੰ ਹੱਥ ਦੇ ਕੇ ਰੱਖ ਲੈਂਦਾ। ਮਾਤਾ ਵੀ ਚੜ੍ਹਾਈ ਕਰ ਗਈ, 7 ਸਾਲ ਦੇ ਸਨ ਤੇ ਪਿਤਾ ਵੀ ਚੜ੍ਹਾਈ ਕਰ ਗਏ, ਪਰ ਇੱਥੇ ਤੱਕ ਕਿਵੇਂ ਪਹੁੰਚ ਗਏ। ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ। ਪਤਾ ਕੀ, ਆਪਣੇ ਕੋਲ ਤੇ ਕੌਡੀ ਇੱਕ ਨਹੀਂ ਸੀ, ਪਰ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਨੇ ਅਗਨ ਹਰਿਓ। ਨਿਸਬਾਸਰ ਏਕ ਸਮਾਨ ਧਿਆਨ ਸੋ, ਨਾਮ ਸੁਣੇ ਸੁਤ ਭਾਣ ਡਰਿਓ। ਗੁਰੂ ਰਾਮਦਾਸ ਦਾ ਨਾਂ ਸੁਣ ਕੇ ਜਮ ਰਾਜਾ ਵੀ ਡਰ ਜਾਏ। ਇਹ ਸਮਰੱਥ ਗੁਰੂ ਨੇ ਸਿਰ ਉੱਤੇ ਹੱਥ ਰੱਖ ਦਿੱਤਾ। ਕਹਿੰਦੇ ਨੇ ਉਸਨੇ ਬਖਸ਼ਿਸ਼ ਕੀਤੀ, ਹਾਥ ਦੇ ਰਾਖੈ ਕਰ ਆਪਣੇ। ਸੰਸਾਰ ਸਾਗਰ ਤੇ ਕੱਢ ਦੇ ਹਾਥੀ। ਹੱਥ ਦੇ ਕੇ ਤੂੰ ਸੰਸਾਰ ਸਮੁੰਦਰ ਤੋਂ ਜਿਹਨੂੰ ਵੀ ਬਚਾ ਲੈਣਾ। ਉਹ ਭਾਵੇਂ ਲੋਕਾਂ ਦੀ ਨਜ਼ਰ ਵਿੱਚ ਕੰਗਾਲ ਹੋਵੇ, ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਂਦਾ। ਮੇਰੇ ਪਾਤਸ਼ਾਹ ਜਿਸ ਵੇਲੇ ਉਸ ਤਖਤ ਤੇ ਬੈਠੇ, ਜਿਹੜੀ ਗੱਦੀ ਗੁਰੂ ਨਾਨਕ ਦੇਵ ਦੀ ਸੀ, ਤੇ ਜਿਹੜੇ ਸ਼ਬਦ ਕਹੇ ਨੇ ਤੁਹਾਨੂੰ ਯਾਦ ਹੋਣਗੇ। ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ। ਹੇ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ, ਬਿਦ ਦਾ ਹਾਲਤ ਹੁੰਦਾ ਦਸ਼ਾ, ਹਾਲਤ। ਜੋ ਮੇਰੀ ਹਾਲਤ ਹੁੰਦੀ ਸੀ ਉਹ ਤੇ ਤੁਸੀਂ ਜਾਣਦੇ ਹੋ, ਚੰਗੀ ਤਰ੍ਹਾਂ ਜਾਣਦੇ ਹੋ। ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਇਹ ਹਰੀ ਦੇ ਰੂਪ ਗੁਰੂ ਉਹ ਜਾਣਦੇ ਹੋ ਤੁਸੀਂ। ਹਮ ਰੁਲਤੇ ਫਿਰਤੇ, ਅਸੀਂ ਰੁਲਦੇ ਫਿਰਦੇ ਸਾਂ ਯਤੀਮਾਂ ਨੂੰ। ਦਿਲ ਤੋੜਨ ਵਾਲੇ ਤੇ ਬਹੁਤ ਨੇ। ਵੈਸੇ ਕੋਈ ਵੀ ਮਿਲ ਜਾਏ ਨਾ, ਢਹਿੰਦੀ ਕਲਾ ਵਾਲੇ ਬੰਦੇ ਕੋਲ ਦੁਹਾਈ ਰੱਬ ਦੀ ਨਾ ਬੈਠੋ, ਉੱਠ ਕੇ ਤੁਰ ਜਾਓ। ਉਹਦੀ ਗੱਲ ਹੀ ਨਾ ਸੁਣੋ ਤੇ ਚੰਗਾ, ਨਹੀਂ ਤੇ ਵੱਡਾ ਨੁਕਸਾਨ ਕਰ ਜਾਏਗਾ। ਮੈਂ ਵੇਖਿਆ ਬਿਮਾਰ ਹੈ ਨਾ ਕੋਈ, ਉਹਨੂੰ ਇਹ ਆਖਣ ਦੀ ਬਜਾਏ ਕਿ ਤੇਰਾ ਕੁਛ ਨਹੀਂ ਵਿਗੜਿਆ, ਤੂੰ ਬਿਲਕੁਲ ਠੀਕ ਹੈ। ਤੈਨੂੰ ਕੀ ਹੋ ਗਿਆ, ਤੂੰ ਇੰਨਾ ਕਮਜ਼ੋਰ ਕਿਉਂ ਹੋ ਗਿਆ, ਹੱਦ ਹੋ ਗਈ ਹੈ, ਤੈਨੂੰ ਕਿਹੜੀ ਬਿਮਾਰੀ ਲੱਗ ਗਈ ਹੈ। ਤੇ ਜੇ ਮਾੜੀ ਮੋਟੀ ਦੱਸ ਪਿਆ, ਹਾਂ ਸਾਡੇ ਗੁਆਂਢ ਵੀ ਇੱਕ ਸੀ, ਉਹ ਤੇ ਚੱਲ ਵਸਿਆ। ਬਸ ਮੈਂ ਸਮਝਦਾ ਕਿ ਨਹੀਂ ਸੀ ਮਰਨਾ ਤਾਂ ਵੀ ਬੰਦੇ ਨੂੰ ਮਾਰ ਦੇਣਾ। ਢਹਿੰਦੀ ਕਲਾ ਵਾਲਾ ਜਿਹੜਾ ਹੈ ਕਿ ਹੋਣਾ ਹੀ ਨਹੀਂ ਤੇਰਾ ਕੰਮ ਹੈ। ਨਹੀਂ, ਗੁਰੂ ਅੰਗ ਸੰਗ ਹੈ, ਤੈਨੂੰ ਘਾਟ ਹੀ ਕੋਈ ਨਹੀਂ ਰਹਿੰਦੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਨਕਾਰਾਤਮਕ ਗੱਲ, ਢਹਿੰਦੀ ਕਲਾ ਵਾਲੀ ਗੱਲ, ਦਿਲ ਤੋੜਨ ਵਾਲੀ ਗੱਲ ਜਿਹੜਾ ਵੀ ਕਰਨ ਵਾਲਾ, ਐਸੇ ਨੂੰ ਮਿੱਤਰ ਨਾ ਬਣਾਓ। ਐਸੇ ਬੰਦੇ ਦੇ ਕੋਲ ਹੀ ਨਾ ਬੈਠੋ, ਉਹ ਤੁਹਾਡਾ ਨੁਕਸਾਨ ਕਰ ਜਾਏਗਾ। ਧੰਨ ਨੇ ਉਹ ਜਿਹੜੇ ਕਿਰਪਾ ਕਰਕੇ ਹੱਥ ਦੇ ਕੇ ਡਿੱਗਿਆਂ ਨੂੰ ਵੀ ਉਠਾਉਂਦੇ ਨੇ। ਹੱਥ ਦੇ ਰਾਖੇ ਕਰ ਆਪਣੇ, ਆਪਣੇ ਕਰ ਲਿਆ ਹੱਥ ਦੇ ਕੇ ਜਿਨ੍ਹਾਂ ਨੂੰ ਉਠਾ ਲਿਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸੋਗ ਮੁੱਕ ਗਏ, ਸੰਤਾਪ ਮੁੱਕ ਗਏ। ਧੰਨ ਹੈ ਮੇਰਾ ਗੁਰੂ, ਧੰਨ ਹੈ ਗੁਰੂ ਨਾਨਕ ਦੇਵ, ਧੰਨ ਹੈ ਮੇਰਾ ਗੁਰੂ ਅਮਰਦਾਸ। ਉਹਨਾਂ ਦੀ ਇਹ ਕਿਰਪਾ ਹੈ, ਸਦਾ ਸਦਾ ਰੰਗ ਮਾਣ, ਇਹ ਉਹਨਾਂ ਦੀ ਬਖਸ਼ਿਸ਼ ਹੈ। ਹਾਂਜੀ,
ਸਾਚਾ ਸਾਹਿਬ ਸਦ ਮਿਹਰਵਾਨ। ਸਦਾ ਥਿਰ ਰਹਿਣ ਵਾਲਾ, ਸਾਚਾ ਦਾ ਅਰਥ ਹੈ ਸਦਾ ਰਹਿਣ ਵਾਲਾ। ਸਾਹਿਬ ਮਾਲਕ, ਉਹ ਸਦਾ ਵਾਸਤੇ ਮਿਹਰਬਾਨੀ ਦੇ ਘਰ ਵਿੱਚ ਰਹਿੰਦਾ, ਮਿਹਰਬਾਨ ਹੈ। ਹਾਂਜੀ। ਬੰਧ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਉਸ ਨੇ ਵਿਕਾਰਾਂ ਦੇ ਅੱਗੇ ਰੋਕ ਪਾ, ਜਿਵੇਂ ਆ ਰਿਹਾ ਸੀ ਦੁਸ਼ਮਣ ਟੋਲਾ ਤੇ ਕੋਈ ਬਲਸ਼ਾਲੀ ਅੱਗੇ ਛਾਤੀ ਤਾਣ ਕੇ ਖਲੋ ਜਾਏ, ਆਖੇ ਆਓ ਕੌਣ ਆਉਂਦਾ, ਇਹਦਾ ਰਖਵਾਲਾ ਮੈਂ ਆ, ਇਹ ਮੇਰੀ ਸ਼ਰਨ ਵਿੱਚ ਹੈ, ਮੇਰੀ ਪਨਾਹ ਵਿੱਚ ਹੈ, ਤੇ ਉੱਥੋਂ ਹੀ ਉਹ ਮੁੜ ਜਾਂਦੇ ਨੇ ਕਿ ਇਸ ਨਾਲ ਸਾਡਾ ਵਸ ਕੋਈ ਨਹੀਂ। ਅਕਾਲ ਪੁਰਖ ਬੰਨਾ ਪਾ ਦੇਵੇ ਤੇ ਕਿਹੜਾ ਦੁੱਖ ਹੈ ਜਿਹੜਾ ਆ ਜਾਏ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਬੰਦ ਪਾ ਦਿੱਤਾ, ਮੇਰੇ ਪੂਰੇ ਸਤਿਗੁਰੂ ਨੇ ਬੰਨਾ ਪਾ ਦਿੱਤਾ। ਸਰਬ ਹੋਈ ਸਰਬ ਕਲਿਆਣ, ਸਾਰਾ ਆਨੰਦ, ਆਤਮਿਕ ਸੁਖ, ਸ਼ਾਂਤੀ ਉੱਥੇ ਹੋ ਗਈ। ਹਾਂਜੀ। ਰਹਾਉ। ਹਾਂਜੀ, ਇਹ ਰਹਾਉ ਵਾਲੀ ਪੰਕਤੀ ਤਤਸਾਰ, ਸਾਰ ਅੰਸ਼ ਨਿਚੋੜ ਸੀ ਸ਼ਬਦ ਦਾ। ਹਾਂਜੀ। ਜਿਉ ਪਾਏ ਪਿੰਡ ਜਿਨ ਸਾਜਿਆ। ਆਖਰੀ ਪੰਕਤੀ ਹੈ, ਕੋਈ ਸਰੀਰ ਬਣਾਇਆ ਉਸਨੇ ਸਾਜਿਆ ਮਾਂ ਦੇ ਗਰਭ ਵਿੱਚ, ਇੱਕ ਵੱਡੀ ਬਖਸ਼ਿਸ਼ ਕੀਤੀ ਇਹਦੇ ਵਿੱਚ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਿੱਚ ਆਤਮਾ ਨਾ ਰੱਖਦਾ, ਸਰੀਰ ਹੁੰਦਾ ਵੀ। ਡਾਕਟਰ ਨੂੰ ਫਿਕਰ ਹੁੰਦਾ ਸਭ ਤੋਂ ਪਹਿਲੇ ਬੱਚਾ ਜਿਉਂਦਾ, ਫਿਰ ਫਿਕਰ ਹੁੰਦਾ ਹੱਥ ਪੈਰ ਹਿਲਾ ਕੇ ਵੇਖਦਾ ਸਾਰੇ ਵੀ ਠੀਕ ਨੇ। ਕਹਿੰਦੇ ਨੇ ਜਿਸ ਨੇ ਜਿੰਦ ਪਾਈ ਸਾਡੇ ਵਿੱਚ, ਨਹੀਂ ਤੇ ਮਾਸ ਦਾ ਲੋਸੜਾ ਸੀ ਕੀ ਸੀ, ਉਸ ਨੇ ਜਿੰਦ ਪਾ ਦਿੱਤੇ, ਜਿੰਦ ਪਾ ਕੇ ਉਹਨੇ ਸਾਜਿਆ। ਹਾਂਜੀ। ਦਿੱਤਾ ਪਹਿਨਣ ਖਾਣ। ਸਾਨੂੰ ਇੱਥੇ ਜਿੰਦਾ ਰੱਖਣ ਵਾਸਤੇ, ਸਾਨੂੰ ਪਹਿਨਣ ਵਾਸਤੇ ਕੱਪੜੇ ਦਿੱਤੇ। ਪਸ਼ੂ ਪੰਖੀ ਨਾ ਉਹਨਾਂ ਨੂੰ ਬਣਾਉਣਾ ਹੁੰਦਾ, ਨਾ ਉਹਨਾਂ ਨੂੰ ਕੱਪੜਾ ਪਾਉਣਾ ਹੁੰਦਾ। ਅੱਜ ਤੱਕ ਕਿਸੇ ਪਸ਼ੂ ਨੇ ਕਿਚਨ ਨਹੀਂ ਬਣਾਈ, ਰਸੋਈ ਬਣਾਈ ਅੱਜ ਤੱਕ ਕਿਸੇ ਨੇ ਨਹੀਂ। ਵਿਚਾਰੇ ਖਾਂਦੇ ਮੂੰਹ ਮਾਰਦੇ। ਬੰਦੇ ਦੇ ਹਿੱਸੇ ਆਇਆ ਛਤੀ ਪਦਾਰਥ ਬਣਾਉਣਾ, ਰਿੰਨਣਾ, ਪਕਾਉਣਾ, ਖਾਣਾ। ਤੈਨੂੰ ਖਾਣਾ ਦੱਸਿਆ ਔਰ ਖਾਣਾ ਦਿੱਤਾ, ਤੈਨੂੰ ਕੱਪੜਾ ਦਿੱਤਾ, ਔਰ ਇਹ ਢੰਗ ਕਿਸ ਨੇ ਦੱਸਿਆ ਕਿ ਇਸ ਢੰਗ ਨਾਲ ਸੀ ਲੈ। ਬੁੱਧ ਕਿਸ ਨੇ ਦਿੱਤੀ ਹੈ? ਦਿੱਤਾ ਪਹਿਨਣ ਖਾਣ, ਪਹਿਨਣ ਵੀ ਦਿੱਤਾ, ਪਹਿਨਣ ਲਈ ਕੱਪੜੇ ਦਿੱਤੇ, ਖਾਣ ਵਾਸਤੇ ਭੋਜਨ ਦਿੱਤਾ। ਹਾਂਜੀ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਮੈਂ ਸਦਾ ਵਾਸਤੇ ਉਸ ਤੋਂ ਕੁਰਬਾਨ ਜਾਣਾ। ਮਾਲਕ ਤੂੰ ਆਪਣੇ ਸੇਵਕ ਦੀ ਇੱਜ਼ਤ ਵੀ ਰੱਖ ਲੈ। ਸਾਨੂੰ ਸਭ ਤੋਂ ਜ਼ਿਆਦਾ ਫਿਕਰ ਹੈ ਨਾ ਅੱਜ ਕੋਈ, ਉਹ ਇੱਜ਼ਤ ਦਾ ਹੈ ਕਿ ਕੋਈ ਕੀ ਆਖੇਗਾ। ਆ ਗਿਆ ਪੁੱਤਰ ਦਾ ਵਿਆਹ, ਧੀ ਦੀ ਸ਼ਾਦੀ, ਇੱਜ਼ਤ ਰਹਿ ਜਾ। ਇੰਨਾ ਇੱਜ਼ਤ ਦਾ ਫਿਕਰ ਹੈ, ਇੱਜ਼ਤ ਦੇ ਮਾਰੇ ਤੇ ਵਿਚਾਰੇ ਕਈ ਖੁਦਕੁਸ਼ੀ ਕਰ ਜਾਂਦੇ, ਮਰ ਹੀ ਜਾਂਦੇ। ਇੱਜ਼ਤ ਕਹਿੰਦੇ ਨੇ ਜਿਸ ਦੀ ਇੱਜ਼ਤ ਉਹ ਆਖ ਰਹੇ। ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਅੱਗੀ ਪਾਲਾ ਕੀ ਕਰੇ? ਪਾਲਾ ਅੱਗ ਦੀ ਕੀ ਬੇਇੱਜ਼ਤੀ ਕਰ ਸਕਦਾ ਹੈ? ਅੱਗੀ ਪਾਲਾ ਕੀ ਕਰੇ? ਸੂਰਜ ਕੇ ਹੀ ਰਾਤ, ਰਾਤ ਸੂਰਜ ਦੀ ਕੀ ਬੇਇੱਜ਼ਤੀ ਕਰੇਗੀ? ਸੂਰਜ ਚੜਿਆ ਤੇ ਰਾਤ ਰਹਿਣੀ ਨਹੀਂ। ਅੱਗੀ ਪਾਲਾ ਕੀ ਕਰੇ? ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੀ ਕਰੇ? ਹਨੇਰਾ ਚੰਦਰਮਾ ਦਾ ਕੀ ਵਿਗਾੜ ਸਕਦਾ? ਪੌਣ ਪਾਣੀ ਕਿਆ ਜਾਤ, ਇਹ ਜ਼ਾਤਾਂ ਪੌਣ ਪਾਣੀ ਦਾ ਕੀ ਵਿਗਾੜ ਸਕਦੀਆਂ ਨੇ? ਧਰਤੀ ਚੀਜ਼ੀ ਕਿਆ ਕਰੇ ਜਿਸ ਵਿੱਚ ਸਭ ਕੁਛ ਹੋਏ। ਆ ਚੀਜ਼ਾਂ ਭਾਵੇਂ ਮਲੀਨ ਤੋਂ ਮਲੀਨ ਹੁਣ, ਧਰਤੀ ਦਾ ਕੀ ਵਿਗਾੜਨਗੀਆਂ? ਜੋ ਪੈ ਗਈਆਂ ਉਹ ਮਿੱਟੀ 'ਚ ਸਮਾ ਜਾਣੀਆਂ ਨੇ। ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੈ ਸੋਏ। ਇੱਜ਼ਤ ਤਾਂ ਰਹਿੰਦੀ ਹੈ ਜੇ ਰੱਬ ਰੱਖੇ। ਤੈਂਡੇ ਸਿਮਰਨ ਹਵ ਕਿਛ ਲੱਦਮ, ਬਿਖਮ ਡਿਠਮ ਕੋਈ। ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਉਹ ਇੰਨਾ ਮਿਹਰਬਾਨ ਆ, ਵਿਕਾਰਾਂ ਦਾ ਹੜ੍ਹ ਆ ਰਿਹਾ ਸੀ, ਉਹਨੇ ਬੰਨਾ ਪਾ ਦਿੱਤਾ, ਰੁੜਨੋਂ ਮੈਨੂੰ ਬਚਾ ਲਿਆ। ਦੂਸਰਾ, ਉਹਨੂੰ ਜ਼ਿੰਦਾ ਰਹਿਣ ਵਾਸਤੇ ਮੈਨੂੰ ਸਵਾਸ ਦਿੱਤੇ, ਮੈਨੂੰ ਜਿੰਦ ਦਿੱਤੇ, ਮੈਨੂੰ ਖਾਣ ਵਾਸਤੇ ਭੋਜਨ ਦਿੱਤਾ, ਪਹਿਨਣ ਵਾਸਤੇ ਕੱਪੜੇ ਦਿੱਤੇ, ਔਰ ਅਖੀਰ ਮੇਰੀ ਇੱਜ਼ਤ ਵੀ ਰੱਖ ਲਈ।
ਇਹ ਉਸ ਮਾਲਕ ਦੀ ਕਿਰਪਾ ਹੈ, ਬਖਸ਼ਿਸ਼ ਕਰੇ। ਚੰਗੀਆਂ ਵਿਚਾਰਾਂ, ਗੁਰਮਤਿ ਦੀਆਂ ਵਿਚਾਰਾਂ ਹਿਰਦੇ ਵਿੱਚ ਵਸਾਣੀਆਂ, ਭੁੱਲਾਂ ਬੇਅੰਤ ਹੋ ਗਈਆਂ ਹੋਣਗੀਆਂ, ਉਦਾਸੀਆਂ ਸਮਝ ਕੇ ਮੁਆਫ ਕਰ ਦੇਣਾ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਹਾਂ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।